ਇੱਕ ਦੇਸ਼ ਇੱਕ ਚੋਣ, ਕੀ ਤੁਸੀਂ ਤਿਆਰ ਹੋ ਜਾਂ ਤੁਹਾਨੂੰ ਕਿਵੇਂ ਲੱਗਦਾ ਇਸ ਪੂਰੇ ਮੁੱਦੇ ਉੱਤੇ ਚਰਚਾਵਾਂ ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਖੂਬ ਹੋ ਰਹੀਆਂ? गौरव शुक्ला जी, भारतीय जनता पार्टी वाले घबराए हुए ने, मोदी साहब घबराए हुए ने। इंडिया का गठन हो गया, गठजोड़ बन गया आ। सारिया पार्टियां जिहड़ियां आ, ਜਿਹੜੇ भी चंगी सोच वालियां, चाहे वो खेतरी पार्टियां, ਜਿਹੜੇ भी चंगे आगू है चंगी भूमिका निभा रहे ने इंडिया ਦੇ ਵਿੱਚ गणतंत्र ਨੂੰ, ਡੈਮੋਕ੍ਰੇਸੀ ਨੂੰ ਰੱਖਣ ਲਈ, ਉਹ ਸਾਰੇ ਇਕੱਠੇ ਹੋ ਗਏ ਨੇ। ਭਾਰਤੀ ਜਨਤਾ ਪਾਰਟੀ ਘਬਰਾਈ ਹੋਈ ਹੈ, ਕੇਂਦਰ ਸਰਕਾਰ ਘਬਰਾਈ ਹੋਈ ਹੈ, ਪ੍ਰਧਾਨ ਮੰਤਰੀ ਸਾਹਿਬ ਘਬਰਾਏ ਹੋਏ ਨੇ। ਤੁਸੀਂ ਦੇਖੋ ਨਾ, ਜਿਹੜੀਆਂ ਹੁਣ ਤੁਸੀਂ ਵੀ ਗੱਲਾਂ ਦੱਸੀਆਂ ਹੈਗੀਆਂ ਕਿ ਇਹ ਮਤਲਬ ਸਰਕਾਰ ਜਿਹੜੀ ਹੈ 5 ਸਾਲ ਲਈ, ਜੇ ਸੰਵਿਧਾਨ ਦੇ ਅਨੁਸਾਰ ਵੀ ਦੇਖਿਆ ਜਾਵੇ ਤੇ ਆਰਟੀਕਲ 83 ਤੇ 85 ਦੇ ਅਨੁਸਾਰ ਲੋਕ ਸਭਾ ਦੀ ਮਿਆਦ 5 ਸਾਲ ਦੀ ਹੈ। ਇਦਾਂ ਹੀ 172 ਦੇ ਵਿੱਚ ਐਕਸਪਲੇਨ ਕੀਤਾ ਗਿਆ ਕਿ ਸੂਬਾ ਸਰਕਾਰਾਂ ਦੀ 5 ਸਾਲ ਦੀ ਮਿਆਦ ਹੈ। ਜੇ ਸਰਕਾਰ ਟੁੱਟ ਜਾਂਦੀ ਹੈ, ਕਿਸੇ ਕਾਰਨ ਕਰਕੇ ਤੋੜਨੀ ਪੈਂਦੀ ਹੈ, ਜਾਂ ਗਿਣਤੀ ਘਟ ਜਾਂਦੀ ਹੈ, ਜਾਂ ਕਈ ਵਾਰੀ ਥੋੜੀਆਂ ਮੇਚ ਦੀਆਂ ਸੀਟਾਂ ਹੁੰਦੀਆਂ, ਤਾਂ ਉਸ ਤੋਂ ਬਾਅਦ ਰਾਸ਼ਟਰਪਤੀ ਰਾਜ ਰੱਖਿਆ ਜਾਏਗਾ ਜਾਂ ਕੀ ਕੀਤਾ ਜਾਏਗਾ, ਕੀ ਸੰਸ਼ੋਧਨ ਕਰਕੇ ਸੰਵਿਧਾਨ ਦੇ ਵਿੱਚ? ਠੀਕ ਹੈ, ਬਹੁਤ ਸਾਰੇ ਸਵਾਲ ਨੇ। ਦੇਖੋ ਜਿਹੜੀ ਕਮੇਟੀ ਬਣਾਈ ਗਈ ਹੈ, ਜਿਹੜੀ ਕਮੇਟੀ ਬਣਾਈ ਗਈ ਉਸ ਦੇ ਉੱਤੇ ਚਰਚਾ ਕਰੇਗੀ ਨਾ। ਕਮੇਟੀ ਵਿੱਚ ਵੀ ਤਾਂ ਬੰਦੇ ਹੀ ਹੈਗੇ ਆ ਨਾ, ਨਾਲੇ ਕਮੇਟੀਆਂ ਜਿਹੜੀਆਂ ਬਣਾਈਆਂ ਜਾਂਦੀਆਂ, ਮੈਂ ਇਧਰ ਨੂੰ ਜਾਣਾ ਨਹੀਂ ਚਾਹੁੰਦਾ, ਕਮੇਟੀਆਂ ਬਣਾਈਆਂ ਜਾਂਦੀਆਂ ਜਦੋਂ ਵੱਡੀਆਂ ਪਾਰਟੀਆਂ ਵੱਲੋਂ, ਇਹ ਜਿਹੜੀਆਂ ਰਵਾਇਤੀ ਪਾਰਟੀਆਂ ਆ, ਇਹ ਕਮੇਟੀ ਨੂੰ ਦੱਸਦੇ ਆ ਵੀ ਆਹ ਫੈਸਲਾ ਅਸੀਂ ਲਿਖ ਰਹੇ ਆ, ਉਧਰ ਨੂੰ ਲੈ ਕੇ ਜਾਣੀ ਹੈ ਗੱਲ, ਤੇ ਆਹ ਫੈਸਲਾ ਦੇਣਾ ਤੁਸੀਂ, ਉਹ ਅਲੱਗ ਚੀਜ਼ ਹੈ। ਪਰ ਨਾਲ ਮੈਂ ਇੱਕ ਹੋਰ ਵੀ ਕਹਿਣਾ ਆ, ਸੁਰੱਖਿਆ ਫੋਰਸ ਚਾਹੀਦੀਆਂ। ਦੇਖੋ ਇਲੈਕਸ਼ਨ ਦਾ ਕੱਲਾ ਪੈਸਾ ਹੀ ਨਹੀਂ ਹੈ, ਜਿਹੜਾ 60,000 ਕਰੋੜ ਤੁਸੀਂ ਕਿਹਾ, ਹੁਣ 100 ਕਰੋੜ ਲੱਗਣਾ ਆ ਕੱਲੀ ਲੋਕ ਸਭਾ ਤੇ, ਸਣੇ ਵਿਧਾਨ ਸਭਾ ਦੀਆਂ ਪਾ ਕੇ ਤੁਸੀਂ ਦੇਖ ਲਓ ਖਰਚਾ ਵੱਧ ਆਏਗਾ। ਔਰ ਸੁਰੱਖਿਆ ਫੋਰਸ ਬਹੁਤ ਤਰ੍ਹਾਂ ਦੇ ਪ੍ਰਬੰਧ ਕਰਨੇ ਹੁੰਦੇ ਆ, ਵੋਟਾਂ ਦੀ ਸੁਧਾਈ ਤੋਂ ਲੈ ਕੇ ਹੋਰ ਵੀ ਸਾਰੇ। ਐਟ ਦਾ ਸੇਮ ਟਾਈਮ ਇਹ ਹੁਣ ਵੀ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ, ਪੜਾਅਵਾਰ ਇਲੈਕਸ਼ਨ ਹੁੰਦੀ ਹੈ, ਤੁਸੀਂ ਦੇਖਿਆ ਇਸ ਮਹੀਨੇ 'ਚ ਉਹਦੀ ਹੋ ਰਹੀ ਹੈ, 15 ਦਿਨਾਂ ਬਾਅਦ ਉਹਦੀ ਹੋ ਰਹੀ ਹੈ। ਔਰ ਸਰਹੱਦੀ ਸੂਬੇ, ਚਾਹੇ ਉਹ ਪੰਜਾਬ ਹੈ, ਚਾਹੇ ਉਹ JNK, ਉਧਰਲੇ ਪਾਸੇ ਇਲੈਕਸ਼ਨ ਹੁੰਦੀ ਆ, ਤੇ ਬਹੁਤ ਵੱਡਾ ਬਾਰਡਰ ਹੈ ਇੰਡੀਆ ਦਾ, ਦੂਸਰੇ ਸੂਬਿਆਂ ਨਾਲ ਲੱਗਦਾ, ਸਾਡੇ ਗੁਆਂਢੀ ਮੁਲਕਾਂ ਨਾਲ ਰਿਲੇਸ਼ਨ ਠੀਕ ਨਹੀਂ ਹੈ, ਉਹ ਵੀ ਸੈਬੋਟਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ। ਔਰ ਸ਼ਰੇਆਮ ਡੈਮੋਕ੍ਰੇਸੀ ਤੇ ਹਮਲਾ ਆ। ਇਹ ਗਣਤੰਤਰ ਜਿਹੜਾ ਆ, ਇਹ ਜਿਹੜੀ ਡੈਮੋਕ੍ਰੇਸੀ ਹੈ, ਉਹਦੇ ਹੱਕ 'ਚ ਨਹੀਂ ਇਹ ਘਬਰਾਏ ਹੋਏ, ਤਾਕਤ ਆਪਣੇ ਹੱਥ 'ਚ ਰੱਖਣਾ ਚਾਹੁੰਦੇ ਆ। ਹਰ ਇੱਕ ਗੱਲ ਤੇ ਹੀ ਇਹਨਾਂ ਦਾ ਨਾਰਾ ਇਹੀ ਹੁੰਦਾ, ਇੱਕ ਮੁਲਕ ਇੱਕ ਕਾਨੂੰਨ। ਦੁਨੀਆ 'ਚ ਕਿਤੇ ਹੋਰ ਦੇਖਿਆ ਤੁਸੀਂ? ਅਮਰੀਕਾ 'ਚ ਦੇਖੋ ਤੁਸੀਂ, ਅਮਰੀਕਾ ਦੀ ਸਾਰੀ ਦੁਨੀਆ ਉਦਾਹਰਨ ਦਿੰਦੀ ਹੈ, ਉੱਥੇ ਸੂਬਿਆਂ ਨੂੰ ਵੱਧ ਅਧਿਕਾਰ ਨੇ। ਕੁਛ ਜਿਹੜੇ ਆ ਉਹ ਡਿਪਾਰਟਮੈਂਟ ਕੇਂਦਰ ਕੋਲ ਨੇ, ਬਾਕੀ ਸੂਬਿਆਂ ਨੂੰ ਕੋਲ ਵੱਧ ਅਧਿਕਾਰ ਨੇ, ਬੜੇ ਯੂਨਾਈਟਿਡ ਨੇ, ਬੜੇ ਦੁਨੀਆ 'ਚ ਬੜੀ ਵੱਡੀ ਪਾਵਰ ਹੈ। ਠੀਕ ਹੈ, ਚਲੋ ਭਾਈ ਇੱਕ ਪੁਆਇੰਟ ਤੇ ਰਹੀਏ ਜੀ। ਇਹਨਾਂ ਨੇ ਹੁਣ ਜਦੋਂ ਭਰਾ ਨੂੰ ਭਰਾ ਨਾਲ ਲੜਾ ਕੇ, ਜਾਤ-ਪਾਤ ਦੇ ਨਾਂ ਤੇ ਜਾਂ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਵੀ ਇਹਨਾਂ ਨੂੰ ਜਿੱਤ ਨਹੀਂ ਦਿਸਦੀ, ਕਿਉਂਕਿ ਮਹਿੰਗਾਈ ਬਹੁਤ ਵਧੀ ਇਹਨਾਂ ਦੇ ਵੇਲੇ, ਬਹੁਤ। ਮਤਲਬ ਤੁਹਾਨੂੰ ਇਹ ਲੱਗ ਰਿਹਾ ਕਿ ਇਹ ਸਾਰੀਆਂ ਚੀਜ਼ਾਂ ਨਹੀਂ ਜਾ ਰਹੇ ਨੇ ਘਬਰਾਏ ਹੋਏ ਨੇ। ਚਲੋ ਠੀਕ ਕਰਕੇ ਇੱਧਰ ਉੱਧਰ ਦੀਆਂ, ਮਤਲਬ ਮੈਂ ਤੁਹਾਡੇ ਬਿਆਨ ਤੋਂ ਇੱਕ ਚੀਜ਼ ਬਹੁਤ ਕਲੀਅਰ ਸਮਝ ਰਿਹਾ ਕਿ ਆਮ ਆਦਮੀ ਪਾਰਟੀ ਇੱਕ ਦੇਸ਼ ਇੱਕ ਚੋਣ ਦੇ ਖਿਲਾਫ ਹੈ। ਬਿਲਕੁਲ ਖਿਲਾਫ ਨਾ। ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ ਸਰ, ਤੁਹਾਡਾ ਪੁਆਇੰਟ ਆ ਗਿਆ। ਡੈਮੋਕ੍ਰੇਸੀ ਦੇ ਹੱਕ 'ਚ, ਲੋਕ ਰਾਜ ਦੇ ਹੱਕ 'ਚ ਹੈ, ਸੰਵਿਧਾਨ ਦੇ ਹੱਕ 'ਚ ਹੈ। ਇਹ ਛੋਟੀਆਂ ਗੱਲਾਂ, ਚਾਹੇ ਦਿੱਲੀ ਲਈ ਆਰਡੀਨੈਂਸ ਪਾਸ ਕਰਨਾ ਹੋਵੇ, ਚਾਹੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਤਹਿਸ-ਨਹਿਸ ਕਰਨਾ ਹੋਵੇ, ਬਾਰ-ਬਾਰ ਸੰਵਿਧਾਨ ਦੀਆਂ ਲੰਘਣਾ। ਠੀਕ ਹੈ, ਚਲੋ ਚੇਤਨ ਜੋਸ਼ੀ ਪਹਿਲਾਂ ਤਾਂ ਦੇਖੋ ਚਰਚਾਵਾਂ ਦੇ ਵਿਚਾਲੇ ਬੀਜੇਪੀ ਇਸ ਬਾਰੇ ਕੀ ਸੋਚ ਰਹੀ ਹੈ ਉਹ ਸਮਝਣਾ ਚਾਹਾਂਗੇ, ਕਿਉਂਕਿ ਕਮੇਟੀ ਦਾ ਗਠਨ ਤਾਂ ਕਰ ਦਿੱਤਾ ਗਿਆ, ਸਿਰਫ ਚਰਚਾਵਾਂ ਤੱਕ ਗੱਲ ਸੀਮਿਤ ਨਹੀਂ ਹੈ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕਰਨ ਦਾ ਐਲਾਨ ਹੋ ਗਿਆ। ਪੁਆਇੰਟ ਨੰਬਰ 2, ਤੁਹਾਡੇ ਵਿਰੋਧੀਆਂ ਨੂੰ ਲੱਗ ਰਿਹਾ ਹੈ ਕਿ ਸਿਚੁਏਸ਼ਨ ਨੂੰ ਦੇਖ ਕੇ ਜਾਂ ਜਿਹੜੇ ਇਕੱਠੇ ਹੋ ਰਹੇ ਨੇ INDIA ਗਠਜੋੜ ਵਾਲੇ, ਉਹਨਾਂ ਨੂੰ ਦੇਖ ਕੇ ਇੱਕ ਘਬਰਾਹਟ ਹੈ ਬੀਜੇਪੀ ਦੇ ਮਨ ਦੇ ਵਿੱਚ, ਇਸ ਤਰੀਕੇ ਨਾਲ, ਇਸ ਵਜ੍ਹਾ ਦੇ ਨਾਲ ਇਹ ਨਵਾਂ ਜਾਂ ਕਹੀਏ ਕਿ ਸਿਸਟਮ ਬਣਾਉਣ ਦੀ ਜਾਂ ਲਾਗੂ ਕਰਨ ਦੀ ਤੁਸੀਂ ਤਿਆਰੀਆਂ ਕਰ ਰਹੇ? ਵੇਖੋ, ਅੱਜ ਆਮ ਆਦਮੀ ਪਾਰਟੀ ਵਾਲੇ ਜਿੱਦਾਂ ਬੁੜਕ ਕੇ ਗੱਲਾਂ ਕਰਦੇ ਪਏ ਨੇ, ਤੋੜ ਗੱਲਾਂ ਕਰਦੇ ਪਏ ਨੇ। ਇਹਨਾਂ ਨੂੰ ਪੁੱਛੋ ਵੀ ਜਿਨ੍ਹਾਂ ਨਾਲ ਤੁਸੀਂ ਗਠਬੰਧਨ ਕਰਕੇ ਆਏ ਹੋ, ਜਦੋਂ ਤੁਸੀਂ ਹੋਂਦ 'ਚ ਆਏ ਸੀ ਤੇ ਉਹਨਾਂ ਬਾਰੇ ਤੁਸੀਂ ਕਿਹੜੀ ਸ਼ਬਦਾਵਲੀਆਂ ਵਰਤੀਆਂ ਸੀਗੀਆਂ? ਅੱਜ ਇਹਨਾਂ ਨੇ, ਉਹ ਪੰਜਾਬੀ 'ਚ ਇੱਕ ਕਹਾਵਤ ਹੈ ਨਾ ਕਿ ਇੱਕ ਬਸਤੇ ਦੇ ਵਿੱਚ ਸਾਰੀਆਂ ਕਾਪੀਆਂ ਕਿਤਾਬਾਂ ਪਾ ਦੇਈਦੀਆਂ ਨੇ, ਜਿਹੜੀਆਂ ਵਰਤਣ ਵਾਲੀਆਂ ਉਹ ਵੀ, ਜਿਹੜੀ ਨਹੀਂ ਵਰਤਣ ਵਾਲੀਆਂ ਉਹਦੀਆਂ, ਤੇ ਤੁਹਾਨੂੰ ਪਤਾ ਲੱਗ ਹੀ ਜਾਂਦਾ ਕਿ ਉਹ ਬਸਤਾ ਕੌਣ ਚੁੱਕਦਾ। ਅੱਜ ਇਸ ਟਾਈਮ ਇਹਨਾਂ I.N.D.I.A ਜੋ ਇਹਨਾਂ ਨੇ ਬਣਾਇਆ, ਇਹਨਾਂ ਦੇ ਹਰ ਅੱਖਰ ਦੇ ਅੱਗੇ ਡਾਟ ਲੱਗਾ, ਯਾਨੀ ਕਿ ਫੁੱਲ ਸਟਾਪ। ਯਾਨੀ ਕਿ ਜਦ ਅੱਖਰ ਨਹੀਂ ਇੱਕ ਦੂਜੇ ਨਾਲ ਮਿਲਦੇ ਤੇ ਪਾਰਟੀਆਂ ਕੀ ਮਿਲਣੀਆਂ ਆਪੋ ਦੇ ਵਿੱਚ ਇਹਨਾਂ ਦੀਆਂ, ਤੁਸੀਂ ਪਹਿਲਾਂ ਵੇਖ ਲਓ। ਔਰ ਦੂਜੀ ਗੱਲ, ਇਹ ਕਿਹੜੀ ਗੱਲ ਕਰਦੇ ਪਏ ਨੇ ਆਮ ਆਦਮੀ ਪਾਰਟੀ ਵਾਲੇ, ਕਿ ਇਹਨਾਂ ਨੇ ਅਖਿਲੇਸ਼ ਯਾਦਵ ਵੱਲੋਂ ਕਿਹੜੇ ਸੁਨਹਿਰੇ ਅੱਖਰ ਬੋਲੇ ਸੀਗੇ। ਨਾਮ ਕਿਹਨੇ ਦਿੱਤਾ ਸੀਗਾ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਰਾਹੁਲ ਗਾਂਧੀ ਜੀ ਵਾਸਤੇ। ਉਹ ਨਾਮ
ਨਾਮਕਰਨ ਕਿਹਨਾਂ ਨੇ ਕੀਤਾ ਸੀਗਾ? ਉਹ ਇਹਨਾਂ ਨੇ ਸੁਰੇਨ ਸਾਹਿਬ ਵਾਸਤੇ ਕਿਹੜੇ ਸ਼ਬਦ ਬੋਲੇ ਸੀ? ਹੋਰ ਤੇ ਹੋਰ ਲਾਲੂ ਯਾਦਵ ਵੱਲੋਂ ਕੀ ਬੋਲੇ ਸੀ? ਨਾ ਮੈਂ ਉਸ ਗੱਲ ਤੇ ਆ ਰਿਹਾ ਕਿਉਂਕਿ ਇਹਨਾਂ ਨੇ ਗੱਲ ਕਰ ਦਿੱਤੀ ਦੀ ਗੱਲ ਕਰ ਰਹੇ ਕਿ ਮੈਂ ਅੱਜ ਹਰਮਨ ਪਿਆਰੇ ਨੇਤਾ ਹਿੰਦੁਸਤਾਨ ਦੇ ਔਰ ਪੂਰੀ ਦੁਨੀਆ ਦੇ ਵਿੱਚ ਇੱਕ ਯੁੱਗ ਪੁਰਸ਼ ਦੇ ਨਾਮ ਦੇ ਨਾਲ ਅਖਵਾਉਣ ਵਾਲੇ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦੇ ਇਸ ਫੈਸਲੇ ਦਾ ਮੈਂ ਸਵਾਗਤ ਕਰਦਾ। ਸਵਾਗਤ ਹੋਣਾ ਚਾਹੀਦਾ। ਅੱਜ ਗੱਲ ਇੱਥੇ ਰਾਜਨੀਤੀ ਦੀ ਨਹੀਂ ਹੈ। ਪਹਿਲਾਂ ਵੀ ਕਿਸੇ ਟਾਈਮ ਇੰਦਰਾ ਗਾਂਧੀ ਦੇ ਵੇਲੇ ਕਾਂਗਰਸ ਨੇ ਵੀ ਕੋਸ਼ਿਸ਼ ਕੀਤੀ ਸੀ, ਲੇਕਿਨ ਉਹਨਾਂ ਦਾ ਉਸ ਟਾਈਮ ਕੁਝ ਹੋਰ ਨਜ਼ਰੀਆ ਸੀਗਾ, ਉਹ ਗੱਲ ਸਿਰੇ ਨਹੀਂ ਸੀ ਚੜ੍ਹ ਪਾਈ। ਇਤਿਹਾਸ ਖੋਲ ਲਿਓ, ਮੇਰਾ ਇਤਿਹਾਸ ਗਲਤ ਨਹੀਂ ਹੋਏਗਾ। ਹੁਣ ਇਹਨਾਂ ਨੇ ਗੱਲ ਕੀਤੀ ਆ ਕਿ ਨਹੀਂ ਹੋਣਾ ਚਾਹੀਦਾ। ਸਾਰਾ ਟਾਈਮ 5 ਸਾਲ ਦਾ ਤੁਸੀਂ ਕੈਲਕੂਲੇਟ ਕਰ ਲਓ ਜੀ। ਹਿੰਦੁਸਤਾਨ ਦੇ ਕਿਸੇ ਨਾ ਕਿਸੇ ਸੂਬੇ ਦੇ ਵਿੱਚ ਕੋਈ ਨਾ ਕੋਈ ਇਲੈਕਸ਼ਨ ਚੱਲਦੀ ਹੈ। ਬਿਲਕੁਲ। ਯਾਨੀ ਕਿ ਜਿਹੜੀ ਮਸ਼ੀਨਰੀ ਲੋਕਾਂ ਦੇ ਵਿਕਾਸ ਵਾਸਤੇ, ਉਹਨਾਂ ਦੀਆਂ ਪ੍ਰੋਬਲਮ ਸੋਲਵ ਕਰਨ ਵਾਸਤੇ, ਉਹਨਾਂ ਤੱਕ ਅਪਰੋਚ ਕਰਨ ਵਾਸਤੇ ਵਰਤਣੀ ਚਾਹੀਦੀ ਸੀਗੀ, ਉਹ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਇਲੈਕਸ਼ਨ ਕਰਾਉਣ ਤੱਕ ਸੀਮਿਤ ਰਹਿੰਦੇ ਨੇ। ਫਿਰ ਤੁਸੀਂ ਦੇਖੋ ਕਿ ਕਿੰਨਾ ਆਦਾਨ ਪ੍ਰਦਾਨ ਹੁੰਦਾ ਵਾ ਪੈਰਾਮਿਲਟਰੀ ਫੋਰਸਿਸ ਦਾ, ਦੂਜੀਆਂ ਫੋਰਸਿਸ ਦਾ, ਇੱਕ ਸਟੇਟ ਤੋਂ ਦੂਜੀ ਥਾਂ ਜਾਂਦੇ। ਹਾਂ, ਚੁਣੌਤੀਆਂ ਹੈਗੀਆਂ ਨੇ, ਅਸੀਂ ਇਹ ਨਹੀਂ ਕਹਿੰਦੇ ਚੁਣੌਤੀਆਂ ਨਹੀਂ ਹੈਗੀਆਂ, ਪਰ ਅਸੀਂ ਚੁਣੌਤੀਆਂ ਨੂੰ ਪਾਰ ਕਰਕੇ ਚੁਣੌਤੀਆਂ ਦਾ ਹੱਲ ਕੱਢਣ ਵਾਸਤੇ ਅਸੀਂ ਲੋਕ ਇੱਥੇ ਬੈਠੇ ਹਾਂ। ਔਰ ਮੈਂ ਇਸ ਗੱਲ ਦੇ ਉੱਤੇ ਬੜਾ ਮਾਣ ਮਹਿਸੂਸ ਕਰਦਾ ਕਿ ਪਹਿਲੋਂ ਤੇ ਪੂਰੇ ਹਿੰਦੁਸਤਾਨ ਨੂੰ ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ। ਕਿਉਂ? ਤੁਸੀਂ ਇੱਕ ਦੋ ਪੁਆਇੰਟ ਦੱਸ ਦਿਓ ਨਾ। ਸਵਾਗਤ ਸਭ ਤੋਂ ਕਿਉਂ? ਦੇਖੋ, ਸਵਾਗਤ ਸਭ ਤੋਂ ਪਹਿਲਾਂ ਤੇ ਇਹ ਆ, ਮੈਂ ਜੋਸ਼ੀ ਜੀ ਵਿਚਾਲੇ ਨਹੀਂ ਰੋਕ ਰਿਹਾ, ਪਰ ਦੇਖੋ ਮੈਂ ਐਡ ਕਰ ਦਵਾਂ ਕਿਉਂਕਿ ਖੜਿਆਲ ਸਾਹਿਬ ਔਰ ਟਾਂਡਾ ਸਾਹਿਬ ਵੇਟ ਕਰ ਰਹੇ ਨੇ। ਤੁਸੀਂ ਛੋਟਾ ਜਿਹਾ ਰਿਐਕਸ਼ਨ ਜ਼ਰੂਰ ਦਿਓ। ਲੋਕ ਇਹ ਸਮਝਣਾ ਚਾਹ ਰਹੇ ਨੇ ਕਿ ਜੇਕਰ ਪੰਜਾਬ ਦਾ ਹੀ ਮੈਂ ਲਵਾਂ ਜਾਂ ਕਿਸੇ ਵੀ ਸਟੇਟ ਦਾ ਲਵਾਂ ਕਿ ਜਿੱਥੇ ਇਲੈਕਸ਼ਨ ਵਿਚਾਲੇ ਕਰਵਾਉਣੇ ਪੈ ਗਏ ਜਾਂ ਜਿੱਥੇ ਸਰਕਾਰ ਬਣਨ ਤੋਂ 1 ਸਾਲ ਬਾਅਦ ਉੱਥੇ ਸਰਕਾਰ ਜਿਵੇਂ ਮਹਾਰਾਸ਼ਟਰ ਦੇ ਵਿੱਚ ਹੋਇਆ, ਫਿਰ ਉਸ ਸਥਿਤੀ 'ਚ ਆਪਾਂ ਕੀ ਕਰਾਂਗੇ? ਉਹ 5 ਸਾਲ ਦੇ ਬਾਕੀ 4 ਸਾਲ ਜਿਹੜੇ ਹੋਣਗੇ ਰਾਸ਼ਟਰਪਤੀ ਸ਼ਾਸਨ ਲੱਗਿਆ ਰਹੇਗਾ। ਦੇਖੋ, ਪੋਲਿਟਿਕਸ ਮੀਨਸ ਹਾਊ ਟੂ ਇਨਕਰੀਜ਼ ਦਾ ਸਟੇਟਸ ਆਫ ਪੀਪਲ। ਔਰ ਪੋਲੀਟੀਸ਼ੀਅਨ ਕੌਣ ਹੁੰਦੇ ਨੇ? ਜਿਹੜੇ ਕਿ ਆਉਣ ਵਾਲੇ ਸਮੇਂ ਵਾਸਤੇ, ਲੋਕਾਂ ਵਾਸਤੇ, ਆਉਣ ਵਾਲੀ ਜਨਰੇਸ਼ਨ ਵਾਸਤੇ ਕੀਤੇ ਕੰਮ ਨੂੰ ਛੱਡ ਕੇ ਜਾਣੋ, ਸਿੱਟਾ ਨਜ਼ਰ ਆਵੇ। ਆ ਜਿਹੜੀਆਂ ਸੜਕਾਂ ਬਣਦੀਆਂ ਪਈਆਂ ਨੇ, ਕਈਆਂ ਦੇ ਹੁਣ ਸ਼ੁਰੂ ਹੋਈਆਂ ਨੇ, ਕਈਆਂ ਨੇ ਇਸ ਦੌਰਾਨ ਹੀ ਆਪਣੀ ਜੀਵਨ ਲੀਲਾ ਸਮਾਪਤ ਹੋ ਜਾਂਦੀ ਕਈਆਂ ਦੀ। ਕਈ ਲੋਕ ਉਹਨੂੰ ਦੇਖ ਨਹੀਂ ਪਾਉਂਦੇ, ਬਜ਼ੁਰਗ ਹੋ ਜਾਂਦੇ, ਦੂਸਰੇ ਚਲ ਜਾਂਦੇ ਨੇ। ਲੇਕਿਨ ਇਹ ਜਿਹੜੀ ਡਿਵੈਲਪਮੈਂਟ ਕਿਹਦੇ ਵਾਸਤੇ ਹੋ ਰਹੀ ਆ? ਆਉਣ ਵਾਲੀ ਜਨਰੇਸ਼ਨ ਵਾਸਤੇ। ਠੀਕ ਹੈ, ਇਹ ਵੀ ਜਿਹੜਾ ਕਾਨੂੰਨ ਬਣਦਾ ਪਿਆ ਨਾ, ਇਹ ਆਉਣ ਵਾਲੀ ਜਨਰੇਸ਼ਨ ਵਾਸਤੇ ਹੀ ਆ। ਹੁਣ ਇਹ ਕਹਿੰਦੇ ਪਏ ਨੇ ਕਿ ਕਿਉਂਕਿ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਪ੍ਰੋਬਲਮ ਪਤਾ ਕੀ ਆ? ਆਮ ਆਦਮੀ ਪਾਰਟੀ ਨੂੰ ਪ੍ਰੋਬਲਮ ਇਹ ਆ, ਜੇ ਇੱਕ ਟਾਈਮ ਦੇ ਉੱਤੇ ਪੂਰੇ ਮੁਲਕ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਇਲੈਕਸ਼ਨਾਂ ਹੋ ਗਈਆਂ ਤੇ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਆਪਣਾ ਉਡਨ ਖਟੋਲਾ ਲੈ ਕੇ ਕੇਜਰੀਵਾਲ ਸਾਹਿਬ ਨੂੰ ਲੈ ਕੇ ਕਿੱਥੇ ਕਿੱਥੇ ਫਿਰਨਗੇ? ਠੀਕ ਹੈ, ਪ੍ਰੋਬਲਮ ਸਭ ਤੋਂ ਵੱਡੀ ਆਮ ਆਦਮੀ ਪਾਰਟੀ ਨੂੰ ਇਹ ਆ। ਹੋਰ ਇਦਾਂ ਦੀ ਗੱਲ ਕੋਈ ਨਹੀਂ। ਦੂਸਰੀ ਗੱਲ ਆ, ਖਰਚਾ ਘੱਟ ਹੁੰਦਾ ਵਾ ਇਹਦੇ ਵਿੱਚ। ਠੀਕ ਆ, EVM ਮਸ਼ੀਨਾਂ ਦਾ ਜ਼ਿਕਰ ਕੀਤਾ, ਲੋਕਾਂ ਦੇ ਵਿਚਾਰ ਵੀ ਆਏ ਨੇ, ਸੁਝਾਅ ਵੀ ਆਏ ਨੇ, ਔਰ ਇਹ ਚੁਣੌਤੀਆਂ ਨੇ। ਚੁਣੌਤੀਆਂ ਹਰ ਮੁਲਕ ਨੂੰ, ਹਰ ਪ੍ਰਸ਼ਾਸਨ ਨੂੰ ਆਉਂਦੀਆਂ, ਚੁਣੌਤੀਆਂ ਤੋਂ ਭੱਜਦੇ ਨਹੀਂ ਆ। ਕਿੰਨਾ ਜ਼ਿਆਦਾ ਖਰਚਾ ਹੁੰਦਾ ਇਲੈਕਸ਼ਨਸ ਦੇ ਵਿੱਚ, ਕਿੰਨੇ TADA ਪੈਂਦੇ ਨੇ ਸਰਕਾਰੀ ਅਧਿਕਾਰੀਆਂ ਦੇ। ਹਿਮਾਚਲ ਪ੍ਰਦੇਸ਼ ਦਾ IAS ਆਫੀਸਰ ਗੁਜਰਾਤ ਦੇ ਵਿੱਚ ਜਾਂ ਮਹਾਰਾਸ਼ਟਰ ਵਿੱਚ ਇਲੈਕਸ਼ਨ ਕਰਨ ਜਾਂਦਾ ਵਾ ਜਾਂ ਕਰਾਉਣ ਜਾਂਦਾ ਵਾ, ਮੰਨ ਲਓ ਅਲੱਗ-ਅਲੱਗ ਸਟੇਟਸ ਦੇ ਵਿੱਚ ਉਹਨਾਂ ਨੂੰ ਭੇਜ ਦਿੰਦੇ ਨੇ। ਠੀਕ ਹੈ ਨਾ? ਔਰ ਉਹਨਾਂ ਦੇ TADA, ਜਹਾਜ਼ ਦੀਆਂ ਟਿਕਟਾਂ, ਦੂਜੀਆਂ ਤੀਜੀਆਂ। ਸਰ, ਇਹ ਚੀਜ਼ਾਂ ਕਹਿਣੀਆਂ ਸੌਖੀਆਂ ਹੁੰਦੀਆਂ ਨੇ ਕਿਉਂਕਿ ਇਹ ਵਿਰੋਧ 'ਚ ਬੈਠੇ ਨੇ, ਕਿਉਂਕਿ ਇਹਨਾਂ ਨੂੰ ਆਪਣਾ ਅਕਸ ਖਤਮ ਹੁੰਦਾ ਨਜ਼ਰ ਆ ਰਿਹਾ। ਜਿਸ I.N.D.I.A ਦੇ ਗਠਬੰਧਨ ਦੇ ਵਿੱਚ ਇਹ ਬੈਠੇ ਨੇ, ਇਹ ਇਸ ਟਾਈਮ ਸਿਰਫ ਸੱਤਾ ਦਾ ਲਾਲਚ ਵਾਸਤੇ ਬੈਠੇ ਆ। ਨਹੀਂ ਤੇ ਤੁਸੀਂ 5-6 ਸਾਲ ਪੁਰਾਣੀਆਂ ਇਹਨਾਂ ਦੀਆਂ ਸਟੇਟਮੈਂਟਸ ਪੜ੍ਹ ਲਓ। ਇਹਨਾਂ ਦੀ ਸਟੇਟਮੈਂਟਸ ਤੁਸੀਂ ਦੇਖ ਲਓ। ਹਾਂਜੀ, ਇਹਨਾਂ ਦੀਆਂ ਸਟੇਟਮੈਂਟਸ ਦੇਖ ਲਓ। ਜੋ ਮੈਂ ਗੰਦ ਤਾਂ ਕਹਿਣ ਡਿਆ ਵਾਂ ਕਿਉਂਕਿ ਗੰਦਗੀ ਵਾਲੇ ਸ਼ਬਦ ਵਰਤੇ ਨੇ ਇਹਨਾਂ ਨੇ ਐਸੇ ਸ਼ਬਦ ਵਰਤੇ ਨੇ ਉਹਨਾਂ ਵਾਸਤੇ, ਮੈਂ ਕਹਿ ਨਹੀਂ ਸਕਦਾ ਕੈਸੀ ਉਹ ਚੀਜ਼ਾਂ ਵਰਤੀਆਂ ਨੇ ਉਹਨਾਂ ਵਾਸਤੇ। ਥੋੜੇ ਇੰਤਜ਼ਾਰ ਕਰੋ, ਤੁਹਾਡੀ ਗੱਲ ਆ ਗਈ ਹੈ। ਸ਼ਬਦਾਂ ਦੇ ਵਿੱਚ ਕਿਸੇ ਤਰ੍ਹਾਂ ਤੁਹਾਨੂੰ ਕੋਤਾਹੀ ਨਜ਼ਰ ਆਈ ਤੇ ਮੈਂ ਮਾਫੀ ਮੰਗਾਂਗਾ, ਪਰ ਜੋ ਸ਼ਬਦਾਂ ਦੀ ਵਰਤੋਂ ਇਹਨਾਂ ਨੇ ਇੱਕ ਦੂਜਿਆਂ ਵਾਸਤੇ ਕੀਤੀ, ਅੱਜ ਇਕੱਠੇ ਹੋ ਕੇ ਕਿਹਦੇ ਖਿਲਾਫ ਚੱਲ ਰਹੇ ਨੇ? ਭਾਰਤੀ ਜਨਤਾ ਪਾਰਟੀ ਖਿਲਾਫ। ਹਰ ਇੱਕ ਪੋਲੀਟੀਕਲ ਪਾਰਟੀ ਦੇ ਵਿੱਚ ਕੁਝ ਇਸ ਤਰੀਕੇ ਨਾਲ ਹੀ ਨਜ਼ਰ ਆਉਂਦਾ ਹੈ ਕਿ ਜਿਨ੍ਹਾਂ ਨੂੰ ਲੈ ਕੇ ਉਹ ਸਵਾਲ ਚੁੱਕ ਰਹੇ ਸੀ ਉਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਕੋਈ ਪਾਰਟੀ ਇਸ ਤਰੀਕੇ ਨਾਲ ਨਹੀਂ ਕਹਿ ਸਕਦੀ ਕਿ ਬਿਲਕੁਲ ਸਾਡੇ ਵਿੱਚ ਅਜਿਹਾ ਕੋਈ ਲੀਡਰ ਨਹੀਂ ਹੈ। ਸਰ, ਭਾਰਤੀ ਜਨਤਾ ਪਾਰਟੀ ਨਹੀਂ ਸਰ, ਬਹੁਤ ਸਭ ਇੱਕ ਫਾਇਦਾ ਡਾਟ ਚਲੋ ਥੋੜੀ ਵੇਟ। ਸੰਘੇੜਾ ਸਾਹਿਬ ਪਲੀਜ਼ ਰਿਕੁਐਸਟ ਹੈ, ਜੋਸ਼ੀ ਜੀ ਪਲੀਜ਼ ਰਿਕੁਐਸਟ ਹੈ। ਮੈਂ ਖੜਿਆਲ ਸਾਹਿਬ ਔਰ ਉਹਨਾਂ ਦਾ ਰੁਕ ਨਹੀਂ, ਪਲੀਜ਼ ਇੱਕ ਸੈਕਿੰਡ ਸਰ, ਇੱਕ ਸੈਕਿੰਡ ਸੰਘੇੜਾ ਸਾਹਿਬ ਥੋੜਾ ਜਿਹਾ ਵੇਟ ਕਰਿਓ ਸਰ। ਮੈਂ ਉਹੀ ਕਹਿ ਰਿਹਾ ਕਿ ਇੱਕ ਵਾਰੀ ਸਭ ਨੂੰ ਐਡ ਕਰ ਲਈਏ, ਸਭ ਨੂੰ ਐਡ ਕਰ ਜੀ। ਲੌਜੀਕ ਇੱਕ ਦੇ ਲੈਣ ਦਿਓ ਜੀ। ਆਪਣੇ ਆਨਰੇਬਲ CM ਤੁਸੀਂ ਜਿਹੜੇ ਤੁਹਾਡੇ ਹੈਗੇ ਨੇ ਅਰਵਿੰਦ ਕੇਜਰੀਵਾਲ ਦੀਆਂ ਸਟੇਟਮੈਂਟਸ ਕੱਢ ਲਓ। ਜੋ ਸ਼ਬਦ ਉਹਨਾਂ ਨੇ ਸਮਾਜਵਾਦੀ ਪਾਰਟੀ ਵਾਸਤੇ ਵਰਤੇ, ਰਾਸ਼ਟਰੀ ਜਨਤਾ ਦਲ ਵਾਸਤੇ ਵਰਤੇ, ਝਾਰਖੰਡ ਮੁਕਤੀ ਮੋਰਚਾ ਵਾਸਤੇ ਵਰਤੇ, ਕਾਂਗਰਸ ਵਾਸਤੇ ਵਰਤੇ,
ਤੁਸੀਂ ਉਹ ਸਾਰੇ ਬਿਆਨ ਕੱਢ ਲਓ ਜੋਸ਼ੀ 7 ਸਾਲ ਸਾਹਿਬ, ਪਹਿਲਾਂ ਨਹੀਂ ਠੀਕ ਹੈ ਮੈਂ ਇੱਕ ਦੇਸ਼ ਇੱਕ ਚੋਣ ਤੇ ਫੋਕਸ ਕਰ ਰਹੇ ਹਾਂ ਨਾ ਸਰ ਆਪਾਂ ਡਿਬੇਟ ਉੱਥੇ ਫੋਕਸ ਕਰ ਰਹੇ ਹਾਂ ਸਰ ਪਲੀਜ਼ ਰਿਕੁਐਸਟ ਹੈ ਥੋੜੇ ਨਹੀਂ ਪਲੀਜ਼ ਥੋੜਾ ਜਿਹਾ ਰੁਕਣਾ ਪੈਣਾ ਸਰ ਥੋੜਾ ਜਿਹਾ ਰੁਕਣਾ ਪੈਣਾ ਪਲੀਜ਼ ਸੰਘੇੜਾ ਸਾਹਿਬ ਜੋਸ਼ੀ ਜੀ ਰੁਕਣਾ ਪੈਣਾ ਪਲੀਜ਼ ਰਿਕੁਐਸਟ ਹੈ ਪ੍ਰੋਗਰਾਮ ਹੁੰਦਾ ਕੋਈ ਕਾਮਨ ਪਲੀਜ਼ ਰਿਕੁਐਸਟ ਹੈ ਸਰ ਰੁਕਣਾ ਪੈਣਾ ਨਹੀਂ ਫਿਰ ਡਿਬੇਟ ਨਹੀਂ ਹੋਏਗੀ ਨਾ ਇਸ ਤਰੀਕੇ ਨਾਲ ਖੜਿਆਲ ਸਾਹਿਬ ਮੈਂ ਫੋਕਸ ਰੱਖਾਂਗਾ ਮੇਰੀ ਰਿਕੁਐਸਟ ਹੈ ਫੋਕਸ ਰੱਖੀਏ ਇੱਕ ਦੇਸ਼ ਇੱਕ ਚੋਣ ਦੇ ਉੱਤੇ ਪਲੀਜ਼ ਰਿਕੁਐਸਟ ਹੈ ਇਸ ਮੁੱਦੇ ਉੱਤੇ ਫੋਕਸ ਰੱਖੀਏ ਮੈਂ ਖੜਿਆਲ ਸਾਹਿਬ ਦਾ ਰੁਖ ਕਰਦਾ ਖੜਿਆਲ ਸਾਹਿਬ ਇੱਕ ਦੇਸ਼ ਇੱਕ ਚੋਣ ਕੀ ਕਾਂਗਰਸ ਇਸ ਦੇ ਪੱਖ ਦੇ ਵਿੱਚ ਹੈ ਜਾਂ ਨਹੀਂ ਹੈ ਪੁਆਇੰਟ ਨੰਬਰ 2 ਕਿਉਂਕਿ ਚਰਚਾਵਾਂ ਇਹ ਵੀ ਨੇ ਕਿ ਇੱਕ ਸਮੇਂ ਕਾਂਗਰਸ ਨੇ ਵੀ ਇਸ ਦੀ ਮੰਗ ਚੁੱਕੀ ਸੀ ਪੁਆਇੰਟ ਇਹ ਵੀ ਹੈ ਕਿ 1967 ਤੱਕ ਜਦੋਂ ਦੇਸ਼ ਦੇ ਵਿੱਚ ਕਾਂਗਰਸ ਰੂਲ ਕਰ ਰਹੀ ਸੀ ਉਸ ਸਮੇਂ ਵੱਖ-ਵੱਖ ਥਾਵਾਂ ਤੇ 52 ਚ 57 ਦੇ ਵਿੱਚ 62 ਦੇ ਵਿੱਚ ਇਲੈਕਸ਼ਨ ਇੱਕੋ ਸਮੇਂ ਹੋਏ ਨੇ ਦੇਸ਼ ਦੇ ਵਿੱਚ 1967 ਤੱਕ ਖੜਿਆਲ ਸਾਹਿਬ ਉਦੋਂ ਹਾਲਾਤ ਕੁਝ ਹੋਰ ਸੀ ਅੱਜ ਹਾਲਾਤ ਕੁਝ ਹੋਰ ਹੈ ਉਦੋਂ ਸਾਡੀ ਪੋਪੂਲੇਸ਼ਨ ਕੁਝ ਹੋਰ ਸੀ ਸੂਬਿਆਂ ਦੇ ਨੰਬਰ ਹੋਰ ਸੀ ਯੂਟੀਜ਼ ਦਾ ਨੰਬਰ ਹੋਰ ਸੀ ਸਰਕਮਸਟੈਂਸਸ ਹੋਰ ਸੀ ਅੱਜ ਇੰਟਾਇਰਲੀ ਡਿਫਰੈਂਟ ਸੋ ਕੰਪੇਅਰ ਨਹੀਂ ਕੀਤਾ ਜਾ ਸਕਦਾ ਨੰਬਰ 1 ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਹਿ ਰਹੀ ਹੈ ਇੱਕ ਦੇਸ਼ ਇੱਕ ਇਲੈਕਸ਼ਨ ਹੋਣਾ ਚਾਹੀਦਾ ਹੈ ਕੱਲ ਨੂੰ ਕਹਿਣਗੇ ਇੱਕ ਦੇਸ਼ ਹੋਵੇ ਇੱਕ ਪਾਰਟੀ ਹੋਵੇ ਤੇ ਇਲੈਕਸ਼ਨ ਹੀ ਨਾ ਹੋਵੇ ਇਹ ਬਹੁਤ ਜਲਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਚੀਜ਼ ਤੇ ਵੀ ਆਊਗੀ ਤੇ ਮੈਂ ਬੀਜੇਪੀ ਨੂੰ ਪੁੱਛਣਾ ਚਾਹਣਾ ਹੈ ਕਿ ਤੁਹਾਨੂੰ ਨਹੀਂ ਪਤਾ ਕਿ ਹਿੰਦੁਸਤਾਨ ਇੱਕ ਯੂਨਿਟੀ ਇਨ ਡਾਈਵਰਸਿਟੀ ਹੈ ਤੇ ਹਿੰਦੁਸਤਾਨ ਨਾ ਗੌਰਵ ਜੀ ਇੱਕ ਖੂਬਸੂਰਤ ਫੁੱਲਾਂ ਦਾ ਗੁਲਦਸਤਾ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਾਹੁੰਦੀ ਹੈ ਗੁਲਦਸਤਾ ਪਰੇ ਹੋ ਜਾਏ ਖਤਮ ਹੋ ਜਾਏ ਤੇ ਸਿਰਫ ਔਰ ਸਿਰਫ ਜਿਹੜਾ ਲੋਟਸ ਹੈ ਕਮਲ ਦਾ ਫੁੱਲ ਹੈ ਇਹ ਖਿਲ ਜੇ ਪੂਰੇ ਦੇਸ਼ ਦੇ ਵਿੱਚ ਤਾਂ ਕਰਕੇ ਵਨ ਨੇਸ਼ਨ ਵਨ ਇਲੈਕਸ਼ਨ ਦੀਆਂ ਇਹ ਗੱਲਾਂ ਕਰ ਰਹੇ ਹੁਣ ਸਵਾਲ ਇਹ ਉੱਠਦਾ ਹੈ ਗੌਰਵ ਜੀ ਕਿ ਲੋਕਤੰਤਰ ਦੇ ਵਿੱਚ ਡਿਸਕਸ਼ਨ ਹੁੰਦੀ ਹੈ ਡਿਲੀਬਰੇਸ਼ਨ ਹੁੰਦੀ ਹੈ ਡਿਬੇਟ ਹੁੰਦੀ ਹੈ ਫੇਰ ਮਨ ਬਣਾਉਂਦੀ ਹੈ ਸਰਕਾਰ ਲੇਕਿਨ ਇਹਨਾਂ ਨੇ ਕੀ ਕੀਤਾ ਮਨ ਬਣਾ ਲਿਆ ਫੈਸਲਾ ਕਰ ਲਿਆ ਵੀ ਅਸੀਂ ਕਰਨਾ ਹੈ ਤੇ ਉਹ ਤੋਂ ਬਾਅਦ ਕਹਿ ਰਿਹਾ ਅਸੀਂ ਡਿਸਕਸ਼ਨ ਕਰਾਂਗੇ ਜੀ ਇਹਨੂੰ ਲੋਕਤੰਤਰ ਨਹੀਂ ਇਹਨੂੰ ਡੰਡਾ ਤੰਤਰ ਕਹਿੰਦੇ ਆ ਤੇ ਮੈਂ ਭਾਰਤੀ ਜਨਤਾ ਪਾਰਟੀ ਨੂੰ ਪੁੱਛਣਾ ਚਾਹਣਾ ਹੈ ਕਿਹੜੇ ਸੂਬਿਆਂ ਨਾਲ ਕੰਸਲਟ ਕੀਤਾ ਜੀ ਤੁਸੀਂ ਕਿਹੜੀ ਯੂਟੀਜ਼ ਨਾਲ ਕੰਸਲਟ ਕੀਤਾ ਕਿਹੜੀਆਂ ਪੋਲੀਟੀਕਲ ਪਾਰਟੀਆਂ ਨਾਲ ਕੰਸਲਟ ਕੀਤਾ ਕਿਹੜੇ ਲੋਕਾਂ ਨਾਲ ਕਿਹੜੇ ਸਟੇਕ ਹੋਲਡਰਸ ਨਾਲ ਕੰਸਲਟ ਕੀਤਾ ਗੌਰਵ ਜੀ ਇਹਦਾ ਮਤਲਬ ਪਤਾ ਕੀ ਹੈ ਜੀ ਵਨ ਨੇਸ਼ਨ ਵਨ ਇਲੈਕਸ਼ਨ ਦਾ ਕਿ ਕੋਆਪਰੇਟਿਵ ਫੈਡਰਲਿਜ਼ਮ ਜੋ ਹਿੰਦੁਸਤਾਨ ਹੈ ਉਹਨੂੰ ਖਤਮ ਕਰਨਾ ਫੈਡਰਲ ਢਾਂਚੇ ਨੂੰ ਅੰਡਰਮਾਈਨ ਕਰਨਾ ਰੀਜਨਲ ਪਾਰਟੀਆਂ ਮੈਂ ਦੱਸਦਾ ਜਿਹੜੀਆਂ ਸੂਬੇ ਦੀਆਂ ਪਾਰਟੀਆਂ ਨਾ ਉਹ ਇਰਰੈਲੇਵੈਂਟ ਹੋ ਜਾਣਗੀਆਂ ਖਤਮ ਹੋ ਜਾਣਗੀਆਂ ਸੂਬਿਆਂ ਦੇ ਜਿਹੜੇ ਮੁੱਦੇ ਹੈ ਇਸ਼ੂਜ਼ ਹੈ ਟ੍ਰੈਡੀਸ਼ਨਸ ਹੈ ਕਲਚਰਸ ਹੈ ਰੀਜਨਸ ਹੈ ਰਿਲੀਜਨਸ ਹੈ ਸਾਰੇ ਅੰਡਰਮਾਈਨ ਹੋ ਜਾਣਗੇ ਇਸ ਚੀਜ਼ ਕਰਕੇ ਬਹੁਤ ਜ਼ਰੂਰੀ ਹੈ ਚਗੋਰੇ ਜੀ ਪਤਾ ਕੀ ਹੈ ਫਰਜ਼ ਕਰੋ ਭਾਰਤੀ ਜਨਤਾ ਪਾਰਟੀ ਨੇ ਆਪਾਂ ਨੂੰ ਹੁਣ 2014 ਦੇ ਵਿੱਚ ਮੂਰਖ ਬਣਾਇਆ ਕਿ 5-5 ਲੱਖ ਦਵਾਂਗੇ 2 ਕਰੋੜ ਜੌਬਸ ਇੱਕ ਸਾਲ ਦੀਆਂ ਦਵਾਂਗੇ ਫਾਰਮਰਸ ਇਨਕਮ ਡਬਲ ਕਰਾਂਗੇ ਲੋਕਾਂ ਨੇ ਕੀ ਕੀਤਾ ਜਦੋਂ ਦੇਖਿਆ ਵਾਦਾ ਨਹੀਂ ਡਿਲੀਵਰ ਕੀਤਾ ਇਹਨਾਂ ਨੂੰ ਸੂਬਿਆਂ ਦੇ ਵਿੱਚ ਹਰਾਉਣ ਲੱਗੇ ਲੋਕ ਕਰਨਾਟਕਾ 'ਚ ਵੀ ਹਰਾਇਆ ਇਹਨਾਂ ਨੂੰ ਹਿਮਾਚਲ 'ਚ ਵੀ ਹਰਾਇਆ ਹੋਰ ਵੀ ਹਰਾਉਣ ਸੋ ਜੇ ਵਨ ਨੇਸ਼ਨ ਵਨ ਇਲੈਕਸ਼ਨ ਹੋਊਗਾ ਤਾਂ ਲੋਕ ਆਪਦਾ ਪੀਸ ਆਫ ਮਾਈਂਡ ਆਪਦਾ ਕ੍ਰਿਟਿਸਿਜ਼ਮ ਆਪਦਾ ਫੀਡਬੈਕ ਕਿਵੇਂ ਦੇਣਗੇ ਮਤਲਬ ਕੀ ਅਕਾਊਂਟੇਬਿਲਿਟੀ ਖਤਮ ਜਵਾਬਦੇਹੀ ਬਿਲਕੁਲ ਖਤਮ ਰਿਸਪੌਂਸਿਬਿਲਿਟੀ ਬਿਲਕੁਲ ਖਤਮ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਤਾਂ ਇੱਕ ਆਦਤ ਹੈ ਜੀ 4.5 ਸਾਲ ਕੰਮ ਕੋਈ ਨਹੀਂ ਕਰਨਾ ਕੈਂਪੇਨਿੰਗ ਕਰਨੀ ਤੇ ਅਖੀਰਲੇ 6 ਮਹੀਨਿਆਂ 'ਚ ਕੰਮ ਕਰਦੇ ਸੀਗੇ ਹੁਣ ਉਹ ਵੀ ਬੰਦ ਹੋ ਜਾਊਗਾ ਇਸ ਚੀਜ਼ ਕਰਕੇ ਐਲਪੀਜੀ ਸਿਲੰਡਰ ਦਾ ਉਦਾਹਰਨ ਲੈ ਲਓ ਆ 4.5 ਸਾਲ ਲੇਟ ਹੋਇਆ ਰਿਹਾ ਛੱਤ ਤੱਕ ਟੱਚ ਕਰ ਰਿਹਾ ਸੀਗਾ ਥੋੜੇ ਟਾਈਮ ਪਹਿਲਾਂ ਇਹਨਾਂ ਨੇ ਕੀ ਕੀਤਾ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ 200 ਰੁਪਇਆ ਘਟਾਤਾ ਇਹ ਭਾਰਤੀ ਜਨਤਾ ਪਾਰਟੀ ਦਾ ਮੋਡਸ ਆਪਰੈਂਡਾ ਹੈ ਹੁਣ ਜ਼ਰੂਰੀ ਗੱਲ ਗੌਰਵ ਜੀ ਇਹ ਹੈ ਜੀ ਪੈਸਾ ਬਚੂਗਾ ਪੈਸਾ ਮੈਂ ਪੁੱਛਦਾ ਜੋਸ਼ੀ ਸਾਹਿਬ ਕਿਵੇਂ ਬਚੂਗਾ ਜੇ ਸਾਈਮਲਟੇਨੀਅਸ ਇਲੈਕਸ਼ਨ ਕਰਾਉਣਾ ਨਾ ਤਾਂ ਤੁਹਾਨੂੰ ਵੀਵੀਪੈਟ ਤੇ ਈਵੀਐਮ ਤੇ 10000 ਕਰੋੜ ਦਾ ਖਰਚਾ ਕਰਨਾ ਪੈਣਾ ਹੈ ਕਿ ਉੱਥੇ ਪੈਸੇ ਵਾਲੀ ਆਰਗੂਮੈਂਟ ਤੁਸੀਂ ਦੇ ਸਕਦੇ ਹੋ ਬਚੂਗਾ ਦੂਜੀ ਗੱਲ ਗੌਰਵ ਜੀ ਹੁਣ ਮੇਰਾ ਸਵਾਲ ਜੋਸ਼ੀ ਸਾਹਿਬ ਨੂੰ ਹੈ ਕਿ ਜੋਸ਼ੀ ਸਾਹਿਬ ਜਦੋਂ ਪੰਚਾਇਤ ਨੂੰ ਡਿਸੋਲਵ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਬੀਜੇਪੀ ਨੇ ਗੱਲ ਕਹੀ ਬੀਜੇਪੀ ਕਹਿੰਦੀ ਤੁਸੀਂ ਟੈਨਿਓਰ ਤੋਂ ਪਹਿਲਾਂ ਕਿਉਂ ਡਿਸੋਲਵ ਕਰਤਾ ਕਿਉਂ ਭੰਗ ਕਰਤਾ ਪੰਚਾਇਤਾਂ ਨੂੰ ਸਰਪੰਚਾਂ ਕੋਲੇ 6-6 ਮਹੀਨੇ ਹੋਰ ਸੀਗੇ ਹੁਣ ਮੈਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੱਸੇ ਹੁਣ ਇਹ ਸੂਬੇ ਹੈ ਵੱਖਰੇ ਸੂਬਿਆਂ 'ਚ ਕਿਸੇ ਸਰਕਾਰ ਦਾ ਟੈਨਿਓਰ 1 ਸਾਲ ਦਾ ਹੋਇਆ ਕਿਤੇ 2 ਸਾਲ ਦਾ ਹੋਇਆ ਕਿਤੇ 3 ਸਾਲ ਦਾ ਹੋਇਆ ਹੁਣ ਵਨ ਨੇਸ਼ਨ ਵਨ ਇਲੈਕਸ਼ਨ ਕਰਾਉਣ ਲਈ ਗੌਰਵ ਜੀ ਇਹਨਾਂ ਨੂੰ ਡਿਸੋਲਵ ਤਾਂ ਕਰਨਾ ਪੈਣਾ ਤਾਂ ਹੀ ਕਰ ਸਕਣਗੇ ਨਹੀਂ ਤਾਂ ਕਰ ਨਹੀਂ ਸਕਦੇ ਸੋ ਜੇ ਡਿਸੋਲਵ ਕਰਦੇ ਹੈ ਤਾਂ ਪਹਿਲਾਂ ਤਾਂ ਸੰਵਿਧਾਨ ਨੂੰ ਵਾਇਲੇਟ ਕਰਦੇ ਆ ਲੋਕਾਂ ਦੇ ਵੋਟ ਨੂੰ ਮਤਦਾਨ ਨੂੰ ਵਾਇਲੇਟ ਕਰਦੇ ਆ ਟੈਨਿਓਰ ਨੂੰ ਵਾਇਲੇਟ ਕਰਦੇ ਆ ਤੇ ਲੋਕਤੰਤਰ ਨੂੰ ਵਾਇਲੇਟ ਕਰਦੇ ਆ ਅਗਲੀ ਚੀਜ਼
ਤੁਸੀਂ ਇਹ ਦੇਖੋ ਗੌਰਵ ਜੀ ਕਿ ਜੇ ਕਰੋ ਨੋ ਕੌਨਫੀਡੈਂਸ ਮੋਸ਼ਨ ਪਾਸ ਹੋ ਗਿਆ ਕਿਸੇ ਸੂਬੇ ਦੇ ਵਿੱਚ 6 ਮਹੀਨਿਆਂ ਬਾਅਦ ਸਰਕਾਰ ਬਣਨ ਦੇ ਤੇ ਸਰਕਾਰ ਗਈ ਡਿੱਗ, ਫਿਰ ਇਹ ਕੀ ਪ੍ਰੈਜ਼ੀਡੈਂਟ ਰੂਲ ਲਾ ਕੇ ਰੱਖਣਗੇ 4.5 ਸਾਲਾਂ ਲਈ? 4.5 ਸਾਲ ਬਗੈਰ ਸਰਕਾਰ ਦੇ ਕੀ ਸੂਬਾ ਚੱਲੂਗਾ? ਕਿ ਅਸੀਂ ਵਨ ਨੇਸ਼ਨ ਵਨ ਇਲੈਕਸ਼ਨ ਕਰਾਉਣਾ ਹੈ? ਪੋਸੀਬਲ ਨਹੀਂ ਹੈ। ਅਗਲਾ ਪੰਚਾਇਤ ਤੇ ਮੁਨਸਿਪੈਲਿਟੀ ਸਟੇਟ ਸਬਜੈਕਟ ਦੇ ਵਿੱਚ ਆਉਂਦੇ ਆ। तो भारतीय जनता पार्टी की सरकार दसे कि ਜਿਹੜੀ ਚੀਜ਼ ਆਉਂਦੀ ਸਟੇਟ ਇਲੈਕਸ਼ਨ ਕਮਿਸ਼ਨ ਤੇ ਸਟੇਟ ਸਬਜੈਕਟ ਦੇ ਅੰਡਰ ਹੈ, ਉਹਨੂੰ ਤੁਸੀਂ ਕਿਵੇਂ ਛੇੜਛਾੜ ਉਹਦੇ ਨਾਲ ਕਰ ਸਕਦੇ ਹੋ?